ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਪੰਜਾਬੀ ਲਾਜ਼ਮੀ BA ਸਮੈਸਟਰ ਤੀਜਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਪੰਜਾਬੀ ਭਾਸ਼ਾ ਦੇ ਬਾਰੇ। ਇਸ ਦੀ ਉਤਪਤੀ ਕਿਵੇਂ ਹੋਈ, ਨਿਕਾਸ ਤੇ ਵਿਕਾਸ ਦੇ ਬਾਰੇ ਲਿਖੋ। ਤਾਂ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਇਹ ਇਸ ਦਾ ਜਿਹੜਾ ਨਿਕਾਸ ਹੈ ਹੋਰਨਾਂ ਭਾਸ਼ਾਵਾਂ ਜਿਨ੍ਹਾਂ ਦੇ ਵਿੱਚ ਸਿੰਧੀ, ਹਿੰਦੀ, ਮਰਾਠੀ, ਗੁਜਰਾਤੀ, ਰਾਜਸਥਾਨੀ, ਬੰਗਾਲੀ, ਉੜੀਆ, ਪਹਾੜੀ, ਕਸ਼ਮੀਰੀ ਆਦਿ ਸ਼ਾਮਲ ਨੇ। ਅਤੇ ਇਸ ਦਾ ਵੀ ਜਿਹੜਾ ਨਿਕਾਸ ਹੈਗਾ ਉਹ ਭਾਰਤ ਦੀ ਪੁਰਾਤਨ ਭਾਸ਼ਾ ਵੈਦਿਕ ਸੰਸਕ੍ਰਿਤ ਦੇ ਵਿੱਚੋਂ ਹੋਇਆ। ਤਾਂ ਕਿਹਾ ਜਾਂਦਾ ਹੈ ਕਿ 5000 ਸਾਲ ਪਹਿਲਾਂ ਆਰੀਆ ਲੋਕ ਮੱਧ ਏਸ਼ੀਆ ਵਿੱਚ ਆਏ ਸੀ ਅਤੇ ਹੋਰ ਥਾਵਾਂ 'ਤੇ ਉੱਠ ਕੇ ਜਿਹੜਾ ਹੈ ਉਹਨਾਂ ਨੇ ਭਿੰਨ ਭਿੰਨ ਟੋਲੀਆਂ ਦੇ ਵਿੱਚ ਡੇਰੇ ਲਾਣੇ ਸ਼ੁਰੂ ਕਰਤੇ। ਉਸ ਸਮੇਂ ਪੰਜਾਬ 'ਚ 7 ਦਰਿਆ ਸੀ। ਇਹ ਤਾਂ ਜਿਹੜਾ ਹੈ ਟਾਈਮ ਆ ਕੇ ਜਿਹੜਾ ਹੈਗਾ 7 ਤੋਂ 5 ਦਰਿਆ ਆ ਗਏ ਅਤੇ ਆਰੀਆ ਲੋਕਾਂ ਨੇ ਜਿਹੜਾ ਹੈਗਾ ਰਿਗਵੇਦ ਦੀ ਇੱਥੇ ਰਚਨਾ ਕੀਤੀ ਅਤੇ ਰਿਗਵੇਦ ਜਿਹੜਾ ਹੈ ਸਭ ਤੋਂ ਪੁਰਾਣਾ ਗ੍ਰੰਥ ਹੈ ਜਿਸ ਵਿੱਚ ਸੰਸਾਰ ਦੀ ਭਾਸ਼ਾ ਅਤੇ ਸੰਸਕ੍ਰਿਤੀ ਦਾ ਗਿਆਨ ਮਿਲਦਾ। ਤਾਂ 10ਵੇਂ ਮੰਡਲ ਦੇ ਤੋਂ ਬਿਨਾਂ ਬਾਕੀਆਂ ਦੀ ਭਾਸ਼ਾ ਕਾਫੀ ਪੁਰਾਣੀ ਹੈ, ਸਿਰਫ 10ਵੇਂ ਮੰਡਲ ਦੀ ਭਾਸ਼ਾ ਨਵੀਂ ਹੈ। ਤਾਂ ਹੌਲੀ ਹੌਲੀ ਆਰੀਆ ਲੋਕ ਪੰਜਾਬ ਤੋਂ ਭਾਰਤੀ ਅਤੇ ਪੂਰਬੀ ਖੇਤਰਾਂ 'ਚ ਫੈਲੀ ਗਏ ਅਤੇ ਕਈ ਪ੍ਰਕਾਰ ਦੇ ਜਿਹੜਾ ਹੈ ਭਾਸ਼ਾਵਾਂ ਦੇ ਵਿੱਚ ਜਿਹੜਾ ਜਦੋਂ ਮੇਲ ਮਿਲਾਪ ਹੋਇਆ ਲੋਕਾਂ ਨਾਲ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਭਾਸ਼ਾ ਦਾ ਵਿਕਾਰ ਜਿਹੜਾ ਹੈ ਪੈਦਾ ਹੋਣਾ ਸ਼ੁਰੂ ਹੋ ਗਿਆ। ਮਤਲਬ ਅਲੱਗ-ਅਲੱਗ ਭਾਸ਼ਾਵਾਂ ਸਟਾਰਟ ਹੋ ਗਈਆਂ। ਹੁਣ ਦੇਖੋ ਭਾਰਤ ਜੇ ਆਪਾਂ ਗੱਲ ਕਰੀਏ ਤਾਂ ਆਰੀਆਂ ਦੀ ਭਾਸ਼ਾ ਦੇ ਵਿੱਚ ਉੱਤਰੀ ਵੈਦਿਕ, ਮੱਧ ਦੇਸੀ ਵੈਦਿਕ, ਪੂਰਬੀ ਵੈਦਿਕ ਦਾ ਵਿਕਾਰ ਹੋਣਾ ਸਟਾਰਟ ਹੋ ਗਿਆ ਅਤੇ ਭਾਸ਼ਾ ਦੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਮਤਭੇਦ ਹੋਣੇ ਸਟਾਰਟ ਹੋ ਗਏ। ਉੱਤਰੀ ਭਾਸ਼ਾ ਅਰਥਾਤ ਪੰਜਾਬ ਦੀ ਭਾਸ਼ਾ ਸ਼ੁੱਧ ਮੰਨੀ ਜਾਂਦੀ ਸੀ, ਪਰੰਤੂ ਪੂਰਬੀ ਭਾਸ਼ਾ ਜਿਹੜੀ ਸੀਗੀ ਵਿਕਾਰਾਂ ਨਾਲ ਭਰੀ ਹੋਈ ਸੀ। ਇਸ ਸਮੇਂ ਪਾਣਿਨੀ ਨਾਂ ਦੇ ਵਿਦਵਾਨ ਹੋਏ ਸੀ, ਸੋ ਉਹਨਾਂ ਨੇ ਪੂਰਬੀ ਅਤੇ ਮੱਧ ਦੇਸੀ ਵੈਦਿਕ ਸੰਸਕ੍ਰਿਤੀ ਵਿੱਚੋਂ ਪੈਦਾ ਹੋਏ ਵਿਕਾਰਾਂ ਨੂੰ ਮੁੱਖ ਰੱਖ ਕੇ ਉੱਤਰੀ ਭਾਸ਼ਾ ਯਾਨੀ ਕਿ ਪੰਜਾਬ ਦੀ ਭਾਸ਼ਾ ਦੇ ਆਧਾਰ 'ਤੇ ਵਿਆਕਰਨ ਦੀ ਰਚਨਾ ਕੀਤੀ। ਤਾਂ ਸੋਧੀ ਹੋਈ ਭਾਸ਼ਾ ਜਿਹੜੀ ਹੈ ਸੰਸਕ੍ਰਿਤ ਅਰਥਾਤ ਸੋਧੀ ਹੋਈ ਭਾਸ਼ਾ ਇਸ ਨੂੰ ਕਿਹਾ ਗਿਆ। ਪਾਣਿਨੀ ਨੇ ਜਿਹੜੇ ਵਿਆਕਰਨ ਨਿਯਮਾਂ ਦੀ ਬੱਧ ਭਾਸ਼ਾ ਸਾਨੂੰ ਦਿੱਤੀ ਸੀ ਉਸ ਨੂੰ ਸੰਸਕ੍ਰਿਤ ਅਰਥਾਤ ਸੋਧੀ ਹੋਈ ਭਾਸ਼ਾ ਕਿਹਾ ਗਿਆ। ਇਸੇ ਨੂੰ ਲੌਕਿਕ ਜਾਂ ਕਲਾਸੀਕਲ ਸੰਸਕ੍ਰਿਤ ਵੀ ਕਿਹਾ ਜਾਂਦਾ ਹੈ। ਤਾਂ ਪਹਿਲਾਂ ਕੀ ਸੀਗਾ, ਇਹ ਭਾਸ਼ਾ ਕੇਵਲ ਵਿਦਵਾਨ ਲੋਕ ਜਿਹੜੇ ਬਹੁਤ ਪੜ੍ਹੇ ਲਿਖੇ ਮਤਲਬ ਸੰਸਕ੍ਰਿਤ ਦਾ ਜਿਨ੍ਹਾਂ ਨੂੰ ਗਿਆਨ ਹੁੰਦਾ ਸੀ ਉਹੀ ਜਿਹੜੇ ਹੈ ਇਹ ਅੱਖਰਾਂ ਦਾ ਗਿਆਨ ਜਿਨ੍ਹਾਂ ਨੂੰ ਹੁੰਦਾ ਸੀ ਉਹੀ ਇਸ ਨੂੰ ਬੋਲ ਸਕਦੇ ਸੀ, ਲਿਖ ਸਕਦੇ ਸੀ। ਪਰ ਆਮ ਲੋਕਾਂ ਤੋਂ ਇਹ ਭਾਸ਼ਾ ਜਿਹੜੀ ਸੀ ਦੂਰ ਰਹੀ। ਇਸ ਕਰਕੇ ਜਿਹੜਾ ਹੈਗਾ ਲੋਕਾਂ ਨੇ ਜਿਹੜਾ ਹੈ ਆਮ ਬੋਲਚਾਲ ਦੀ ਬੋਲੀ ਦੇ ਵਿੱਚ ਬੋਲੀ ਜਾਂਦੇ ਸੀਗੇ। ਲੇਕਿਨ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ 'ਚ ਹੌਲੀ ਹੌਲੀ ਜਿਹੜੀ ਹੈਗੀ ਆ ਭਿੰਨ ਭਿੰਨ ਪ੍ਰਕਿਰਤਾਂ ਦਾ ਵਿਕਾਸ ਹੋਇਆ, ਪ੍ਰਕਿਰਤੀ ਭਾਸ਼ਾ ਦਾ ਵਿਕਾਸ ਹੋਇਆ। ਬੁੱਧ ਧਰਮ ਦੇ ਗ੍ਰੰਥਾਂ ਦੇ ਵਿੱਚ ਪਾਲੀ ਪ੍ਰਕਿਰਤੀ ਭਾਸ਼ਾ ਜਿਹੜੀ ਹੈਗੀ ਹੈ ਯੂਜ਼ ਕੀਤੀ ਗਈ ਹੈ। ਤਾਂ ਅਸ਼ੋਕ ਦੇ ਸ਼ਿਲਾਲੇਖ ਵੀ ਜਿਹੜੇ ਨੇ ਸਭ ਤੋਂ ਪੁਰਾਣੇ ਇਤਿਹਾਸ ਦੇ ਸਰੋਤ ਮੰਨੇ ਜਾਂਦੇ ਨੇ। ਤਾਂ 500 ਤੋਂ 1000 ਤੱਕ ਦਾ ਸਮਾਂ ਜਿਹੜਾ ਹੈ ਇਹਦੇ ਵਿੱਚ ਮੰਨਿਆ ਗਿਆ। ਤਾਂ ਮਤਲਬ ਹੋਰ ਭਾਸ਼ਾਵਾਂ ਹੌਲੀ ਹੌਲੀ ਸੰਸਕ੍ਰਿਤ ਤੋਂ ਬਾਅਦ 'ਚ ਪਾਲੀ ਆਈ, ਫਿਰ ਪ੍ਰਕਿਰਤੀ ਭਾਸ਼ਾ ਆਈ। ਤਾਂ ਇੱਦਾਂ ਜਿਹੜੀਆਂ ਹੈ ਭਾਸ਼ਾਵਾਂ ਆਉਣ ਲੱਗ ਗਈਆਂ। ਫਿਰ ਜਿਹੜਾ ਹੈ 100 ਤੋਂ 500 ਤੱਕ 100 ਤੋਂ 500 ਈਸਵੀ ਤੱਕ ਜਿਹੜੀ ਹੈ ਪ੍ਰਕਿਰਤੀ ਭਾਸ਼ਾ ਦੇ 5 ਰੂਪ ਵਿਕਸਿਤ ਹੋਏ। ਸ਼ੌਰਸੈਨੀ, ਮਗਧੀ, ਅਰਧ ਮਗਧੀ, ਮਹਾਰਾਸ਼ਟਰੀ ਅਤੇ ਪਿਸ਼ਾਚੀ। ਮਤਲਬ ਪ੍ਰਕਿਰਤੀ ਭਾਸ਼ਾ ਤੋਂ ਇਹ ਵਾਲੀਆਂ ਭਾਸ਼ਾਵਾਂ ਜਿਹੜੀਆਂ ਨੇ ਅੱਗੇ ਆਈਆਂ। ਫਿਰ ਹੌਲੀ ਹੌਲੀ ਵਿਆਕਰਣ ਇਹਨਾਂ ਦੀ ਆਈ ਅਤੇ ਵਿਆਕਰਣਬੱਧ ਹੋ ਗਈਆਂ ਇਹ ਹੌਲੀ ਹੌਲੀ ਜਿਹੜੇ ਹੈਗੇ ਅਤੇ ਲੋਕਾਂ ਦੇ ਉਚਾਰਨ ਜਿਹੜੇ ਨੇ ਵਿਗੜਦੇ ਗਏ ਕਿਉਂਕਿ ਭੂਗੋਲਿਕ ਕਾਰਨ ਵੀ ਇਹਦੇ ਵਿੱਚ ਹਿੱਸਾ ਪਾਉਂਦੇ ਆ। ਤਾਂ ਫਿਰ ਜਿਹੜੀ ਸੀ ਵਿਗੜ ਕੇ ਹੋਰ ਜਿਹੜੀ ਭਾਸ਼ਾ ਅੱਗੇ ਆਈ ਉਹ ਸੀ ਅਪਭ੍ਰੰਸ਼ ਭਾਸ਼ਾ। ਠੀਕ ਹੈ, ਵਿਗੜੀ ਹੋਈ ਭਾਸ਼ਾ। ਤਾਂ 7 ਅਪਭ੍ਰੰਸ਼ ਜਿਹੜੀਆਂ ਭਾਸ਼ਾਵਾਂ ਨੇ ਉਹ ਅੱਗੇ ਆਈਆਂ। ਮਹਾਰਾਸ਼ਟਰੀ, ਮਗਧੀ, ਅਰਧ ਮਗਧੀ, ਸ਼ੌਰਸੈਨੀ, ਪਿਸ਼ਾਚੀ ਇਹ ਸਾਰੀਆਂ ਜਿਹੜੀਆਂ ਨੇ ਹੌਲੀ ਹੌਲੀ ਆਪਣੇ ਭਾਰਤ 'ਚ ਭਾਸ਼ਾਵਾਂ ਆਉਣ ਲੱਗ ਗਈਆਂ। ਉਸ ਤੋਂ ਬਾਅਦ 'ਚ ਪੰਜਾਬੀ ਦਾ ਜਨਮ ਦੀ ਗੱਲ ਕਰੀਏ ਤਾਂ ਸ਼ੌਰਸੈਨੀ ਅਤੇ ਪਿਸ਼ਾਚੀ ਅਪਭ੍ਰੰਸ਼ ਦੀਆਂ ਉਪਭਾਸ਼ਾਵਾਂ ਟੱਕੀ ਅਤੇ ਕੇਕੇ ਵਿੱਚੋਂ ਹੋਇਆ ਅਤੇ ਸ਼ੌਰਸੈਨੀ ਅਪਭ੍ਰੰਸ਼ ਭਾਸ਼ਾ ਸੀ। ਇਹਦੀ ਸ਼ੌਰਸੈਨੀ ਜਿਹੜੀ ਹੈਗੀ ਹੈ ਪ੍ਰਕਿਰਤੀ ਦੇ ਇਹਦਾ ਹੋਇਆ ਜਨਮ। ਸਰਸਵਤੀ ਦਰਿਆ ਤੋਂ ਲੈ ਕੇ ਜਮਨਾ ਤੱਕ ਇਲਾਕੇ ਦੀ ਸਾਹਿਤਿਕ ਭਾਸ਼ਾ ਜਿਹੜੀ ਸੀ ਸ਼ੌਰਸੈਨੀ। ਤਾਂ ਆਪਣੀ ਪੰਜਾਬੀ ਭਾਸ਼ਾ ਸ਼ੌਰਸੈਨੀ ਅਤੇ ਪਿਸ਼ਾਚੀ ਜਿਹੜੀ ਹੈ ਭਾਸ਼ਾ ਤੋਂ ਪਿਸ਼ਾਰੀ ਭਾਸ਼ਾ ਤੋਂ ਨਿਕਲੀ ਆ। ਪਰੰਤੂ ਇਸ ਦਾ ਭਾਵ ਉੱਤਰ ਵਿੱਚ ਰਾਵੀ ਦਰਿਆ ਤੱਕ ਵੀ ਸੀ। ਇਸ ਕਰਕੇ ਜਿਹੜਾ ਹੈ ਕਿਉਂਕਿ ਭਾਰਤ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਸੀਗਾ। ਠੀਕ ਹੈ, ਪੰਜਾਬ ਨੂੰ ਭਾਰਤ ਦਾ ਇੱਕ ਬਹੁਤ ਸਾਰਾ ਵੱਡਾ ਪਾਰਟ ਸੀ ਪੰਜਾਬ। ਤਾਂ ਟੱਕ ਦੇਸ਼ ਵੀ ਇਸ ਨੂੰ ਜਿਹੜਾ ਸੀ ਕਿਹਾ ਜਾਂਦਾ ਸੀਗਾ ਭਾਰਤ ਨੂੰ। ਤਾਂ ਪੰਜਾਬ ਦੇ ਜਿਹੜਾ ਹੈ ਇਸ ਵਿੱਚ ਟੱਕੀ ਜਿਹੜੀ ਸੀ ਉਹ ਵੀ ਪ੍ਰਚਲਿਤ ਸੀ ਕਿਉਂਕਿ ਪੰਜਾਬ ਦੇ ਪੂਰਬੀ ਖੇਤਰ ਦਾ ਨਾਮ ਕੀ ਸੀ, ਟੱਕ ਦੇਸ਼। ਤਾਂ ਹੌਲੀ ਹੌਲੀ ਪੂਰਬ ਦੇ ਵਿੱਚ ਉਹਦੀ ਜਿਹੜਾ ਹੈਗਾ ਪੰਜਾਬੀ ਦਾ ਜਨਮ ਹੋਣਾ ਸਟਾਰਟ ਹੋ ਗਿਆ। ਤਾਂ ਦੂਜੇ ਪਾਸੇ ਪਿਸ਼ਾਚੀ ਜਿਹੜੀ ਸੀਗੀ ਪਿਸ਼ਾਚੀ ਭਾਸ਼ਾ ਅਪਭ੍ਰੰਸ਼ ਦੇ ਖੇਤਰ
ਪੱਛਮੀ ਪੰਜਾਬ ਸਰਹੱਦੀ ਸੂਬਾ ਜਿਹੜਾ ਹੈ ਕੰਧਾਰ ਅਤੇ ਕਸ਼ਮੀਰ ਦੇ ਵੱਲ ਹੋਣੀ ਸਟਾਰਟ ਹੋ ਗਈ। ਉਸ ਤੋਂ ਬਾਅਦ 'ਚ ਜਿਹੜਾ ਹੈ ਪੰਜਾਬੀ ਭਾਸ਼ਾ ਦਾ ਜਨਮ ਟੱਕੀ ਅਤੇ ਕੈਕੇ ਅਪਭ੍ਰੰਸ਼ਾਂ ਦੇ ਵਿੱਚੋਂ ਹੋਇਆ। ਸ਼ੌਰ ਸ਼ੈਣੀ ਅਤੇ ਪਛਾਚੀ ਅਪਭ੍ਰੰਸ਼ਾਂ ਦੀਆਂ ਉਪਬੋਲੀਆਂ ਸਨ। ਤਾਂ ਹੌਲੀ ਹੌਲੀ ਟੱਕ ਦੇਸ਼ ਕਰਕੇ ਜਿਹੜਾ ਹੈ ਇਸ ਦੀ ਭਾਸ਼ਾ ਟੱਕੀ ਜਿਹੜੀ ਹੈਗੀ ਆ ਹੋਣ ਲੱਗ ਗਈ, ਕਿਉਂਕਿ ਖਾਣ ਪੀਣ ਦਾ ਪ੍ਰਭਾਵ ਜਿਹੜਾ ਸੀ ਇਹਦੇ ਵਿੱਚ ਦੇਖਣ ਨੂੰ ਮਿਲਦਾ। ਅਤੇ ਅੰਮ੍ਰਿਤਸਰ ਲਾਹੌਰ ਤੋਂ ਪੱਛਮ ਵੱਲ ਦੀ ਪਛਾਚੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਅਸਰਦਾਰ ਭਾਸ਼ਾ ਜਿਹੜੀ ਹੈਗੀ ਆ ਹੁੰਦੀ ਹੈ। ਉਸ ਤੋਂ ਬਾਅਦ 'ਚ ਅਪਭ੍ਰੰਸ਼ ਦੇ ਵਿੱਚੋਂ ਪੰਜਾਬੀ ਭਾਸ਼ਾ ਦਾ ਨਿਕਾਸ ਜਿਹੜਾ ਹੈ, ਕਿਉਂਕਿ ਇਹ ਜਿਹੜੀ ਹੈ ਅਪਭ੍ਰੰਸ਼ੀ ਭਾਸ਼ਾ ਤੋਂ ਵੀ ਨਿਕਲੀ ਹੈ, ਮਤਲਬ ਕੁਝ ਭਾਸ਼ਾਵਾਂ ਦੇ ਅੱਖਰ ਜਿਹੜੇ ਨੇ ਆਪਣੀ ਪੰਜਾਬੀ ਭਾਸ਼ਾ 'ਚ ਮਿਲਦੇ ਨੇ 1000 ਈਸਵੀ ਦੇ ਲਗਭਗ। ਇਸ ਦੇ ਪੁਰਾਤਨ ਨਮੂਨੇ 9ਵੀਂ 10ਵੀਂ ਸਦੀ ਦੇ ਵਿੱਚ ਹੋਏ ਜੋਗੀਆਂ ਅਤੇ ਨਾਥਾਂ ਦੀਆਂ ਰਚਨਾਵਾਂ 'ਚੋਂ ਮਿਲਦੇ ਨੇ। ਸ਼ੇਖ ਫਰੀਦ ਦੇ ਸ਼ਲੋਕਾਂ 'ਚ ਵੀ ਅਪਭ੍ਰੰਸ਼ ਦੇ ਪ੍ਰਭਾਵ ਜਿਹੜੇ ਨੇ ਬਿਲਕੁਲ ਮੁਕਤ ਨੇ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸੇ ਵਿੱਚ ਲਗਾਤਾਰ ਸਾਹਿਤ ਦੀ ਰਚਨਾ ਜਿਹੜੀ ਹੈ ਹੋ ਰਹੀ ਹੈ। ਸ਼ੇਖ ਫਰੀਦ ਨੇ ਲਹਿੰਦੀ ਅਤੇ ਫਾਰਸੀ ਦੇ ਪਦ ਵਰਤੇ। ਭਗਤੀ ਲਹਿਰ ਦੇ ਸਮੇਂ ਪੰਜਾਬੀ ਉੱਤੇ ਸੰਤ ਭਾਸ਼ਾ ਦਾ ਪ੍ਰਭਾਵ ਪਿਆ। ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ ਦੀਆਂ ਕਾਫੀਆਂ ਹੋ ਗਈਆਂ। ਕੇਂਦਰੀ ਪੰਜਾਬੀ ਦਾ ਉੱਤਮ ਨਮੂਨਾ ਹੈ। ਤਾਂ ਪੰਜਾਬੀ ਉੱਤੇ ਥੋੜ੍ਹਾ ਬਹੁਤਾ, ਕਿਉਂਕਿ ਮੁਸਲਮਾਨ ਇੱਥੇ ਰਹਿੰਦੇ ਸੀ 18ਵੀਂ ਸਦੀ 'ਚ, ਤੋਂ ਤਾਂ ਕਰਕੇ ਫਾਰਸੀ ਦਾ ਵੀ ਜਿਹੜਾ ਹੈ ਇਸ ਦੇ ਉੱਤੇ ਪੰਜਾਬੀ 'ਤੇ ਜਿਹੜਾ ਹੈਗਾ ਅਸਰ ਮਿਲਦਾ ਹੈ। ਕਵਿਤਾ, ਕਿਉਂਕਿ ਫਾਰਸੀ ਦੇ ਵਿੱਚ ਜਿਹੜਾ ਹੈ ਕਵਿਤਾਵਾਂ ਜਿਹੜੀਆਂ ਨੇ ਆਪਣੀਆਂ ਪੰਜਾਬੀ ਦੀਆਂ, ਤਾਂ ਫਾਰਸੀ ਦਾ ਉਹਦੇ 'ਤੇ ਅਸਰ ਬਿਲਕੁਲ ਦੇਖਣ ਨੂੰ ਮਿਲਦਾ ਹੈ। ਕਿਉਂਕਿ ਸਿੱਖ ਰਾਜ ਦੇ ਸਮੇਂ ਵੀ ਜਿਹੜਾ ਹੈ ਆਪਣੇ ਰਾਜ ਦਰਬਾਰ ਦੀ ਭਾਸ਼ਾ ਫਾਰਸੀ ਹੀ ਰਹੀ। ਫਾਰਸੀ ਦਾ ਪ੍ਰਭਾਵ ਬਹੁਤ ਰਿਹਾ। ਜਦੋਂ ਅੰਗਰੇਜ਼ ਆਏ ਤਾਂ ਬਹੁਤ ਸਾਰੇ ਅੰਗਰੇਜ਼ੀ ਸ਼ਬਦ ਪੰਜਾਬੀ 'ਚ ਆ ਗਏ, ਤਾਂ ਹੌਲੀ ਹੌਲੀ ਜਿਹੜਾ ਹੈ ਇਹ ਵੱਧਦਾ ਗਿਆ ਅਤੇ ਇਹ ਵਰਤਾਰਾ ਹੁਣ ਤੱਕ ਹੈ। ਤਾਂ ਜਿਹੜੀ ਪੰਜਾਬੀ ਭਾਸ਼ਾ ਹਿੰਦੀ ਅਤੇ ਉਰਦੂ ਦੋਨਾਂ ਨਾਲੋਂ ਜ਼ਿਆਦਾ ਪੁਰਾਣੀ ਹੈ, ਕਿਉਂਕਿ ਇਸ ਦਾ ਜਨਮ ਉਸੇ ਧਰਤੀ 'ਤੇ ਹੋਇਆ ਜਿਸ 'ਤੇ ਰਿਗਵੇਦ ਰਚਿਆ ਗਿਆ ਸੀ। ਤਾਂ ਰਿਗਵੇਦ ਪੰਜਾਬ 'ਚ ਰਚਿਆ ਗਿਆ ਸੀ, ਤਾਂ ਪੰਜਾਬੀ ਵੀ ਇੱਥੇ ਹੀ ਰਚੀ ਗਈ ਸੀ। ਹਿੰਦੀ ਦਾ ਜਨਮ ਉਸ ਖੇਤਰ 'ਚ ਹੋਇਆ ਜਿੱਥੋਂ ਦੀ ਭਾਸ਼ਾ ਵੈਦਿਕ ਜ਼ਮਾਨੇ 'ਚ ਵਿਗੜੀ ਹੋਈ ਸੀ, ਠੀਕ ਹੈ, ਅਪਭ੍ਰੰਸ਼ ਭਾਸ਼ਾ ਸੀ। ਤਾਂ ਪੰਜਾਬੀ ਦਾ ਇਤਿਹਾਸ ਜਿਹੜਾ ਹੈ 250-300 ਸਾਲ ਜਿਹੜਾ ਹੈ ਪੁਰਾਣਾ ਹੈ। ਤਾਂ ਕਹਿਣ ਦਾ ਮਤਲਬ ਪੰਜਾਬੀ ਜਿਹੜੀ ਹੈ ਬਹੁਤ ਹੀ ਮਹੱਤਵਪੂਰਨ ਭਾਸ਼ਾ, ਅਤੇ ਪੰਜਾਬੀ ਦੀ ਸਰਕਾਰੀ ਭਾਸ਼ਾ ਹੈਗੀ ਹੈ ਇਹ ਵਰਤਮਾਨ। ਅਤੇ ਇੱਥੋਂ ਦੀ ਵਿੱਦਿਆ ਜਿਹੜੇ ਆਪਣੇ ਪੰਜਾਬ ਦੀ ਹੈ ਅਦਾਲਤੀ ਕਾਰਵਾਈ ਹੈ ਨਾ, ਟਕਸਾਲੀ ਭਾਸ਼ਾ, ਤਾਂ ਇਹ ਸਾਰਾ ਕੁਛ ਜਿਹੜੀ ਹੈ ਆਪਣੀ ਪੰਜਾਬੀ 'ਚ ਹੈ। ਬਹੁਤ ਸਾਰੇ ਸਾਹਿਤ ਰੂਪਾਂ ਦੀ ਰਚਨਾ ਹੋ ਰਹੀ ਹੈ। ਮਲਵਈ, ਮਾਝੀ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਝਾਂਗੀ, ਡੋਗਰੀ, ਇਹ ਸਾਰੀਆਂ ਇਹਦੀਆਂ ਉਪਭਾਸ਼ਾਵਾਂ ਨੇ। ਇਸ ਨੂੰ ਗਵਾਰੂ ਬੋਲੀ ਕਹਿਣਾ ਠੀਕ ਨਹੀਂ ਹੈਗਾ, ਇਹ ਬਹੁਤ ਹੀ ਮਹੱਤਵਪੂਰਨ ਭਾਸ਼ਾ ਹੈ, ਕਿਉਂਕਿ ਸ਼ੇਖ ਫਰੀਦ, ਗੁਰੂ ਨਾਨਕ, ਬੁੱਲੇ ਸ਼ਾਹ ਵਰਗੀਆਂ ਰੂਹਾਨੀ ਸ਼ਖਸੀਅਤਾਂ ਨੇ ਇਸ ਨੂੰ ਅਪਣਾਇਆ ਅਤੇ ਮੁਸਲਮਾਨ, ਹਿੰਦੂ, ਸਿੱਖਾਂ, ਈਸਾਈਆਂ ਨੇ ਇਸ ਦੀ ਉੱਨਤੀ ਵਿੱਚ ਵੀ ਹਿੱਸਾ ਪਾਇਆ। ਹੁਣ ਪੰਜਾਬੀ ਭਾਸ਼ਾ ਦਾ ਬਹੁਤ ਮਹੱਤਵ ਹੈ, ਕਿਉਂਕਿ ਇਹ ਜਿਹੜਾ ਹੈ ਪੰਜਾਬੀਆਂ ਦੀ ਲੋਕ ਭਾਸ਼ਾ ਹੈਗੀ ਹੈ। ਗਲੀ ਮੁਹੱਲੇ, ਪਰਿਵਾਰਾਂ ਵਿੱਚ, ਸੱਥਾਂ ਦੇ ਵਿੱਚ ਜਿਹੜੇ ਲੋਕ ਬੋਲੀ ਨੂੰ ਬੋਲਦੇ ਨੇ। ਮਾਂ ਦੇ ਦੁੱਧ ਦੇ ਨਾਲ ਹੀ ਸਾਨੂੰ ਗੁੜਤੀ ਮਦਰ ਟੰਗ ਦੀ ਮਿਲ ਜਾਂਦੀ ਆ। ਬਚਪਨ ਤੋਂ ਹੀ ਅਸੀਂ ਇਸ ਦੇ ਵਿੱਚ ਸੋਚਦੇ ਹਾਂ, ਗੱਲਬਾਤ ਕਰਦੇ ਹਾਂ, ਠੀਕ ਹੈ, ਕਾਰ ਵਿਹਾਰ ਕਰਦੇ ਹਾਂ। ਸਾਡੀ ਪੜ੍ਹਾਈ, ਰਸਮ ਰਿਵਾਜ, ਤਿੱਥਾਂ ਤਿਉਹਾਰ, ਮੇਲੇ, ਕਿੱਸੇ, ਕਹਾਣੀਆਂ ਇਸ 'ਤੇ ਹੀ ਚੱਲਦੇ ਹਾਂ। ਸਾਡੇ ਹਾਸੇ, ਰੋਣੇ, ਪਿਆਰ, ਗੁੱਸੇ ਅਤੇ ਖੁਸ਼ੀ ਗਮੀ ਇਸੇ ਦੇ ਉੱਤੇ ਜਿਹੜੇ ਹੈ ਚੱਲਦੀ ਹੈ। ਤਾਂ ਪੰਜਾਬੀ ਬੋਲੀ ਸਾਡੇ ਸੋਚ ਵਿਚਾਰ 'ਚ, ਖਿਆਲਾਂ 'ਚ ਚੜ੍ਹੀ ਰਹਿੰਦੀ ਹੈ। ਸਾਡੇ ਉੱਤੇ ਜਿਹੜਾ ਹੈ ਕੋਈ ਵੀ ਬੋਲੀ ਵੀ ਬੋਲਦੇ ਤਾਂ ਸਾਡੇ ਬੋਲਾਂ ਦੇ ਉੱਤੇ ਇਹੀ ਦਾ ਗੂੜਾ ਰੰਗ ਜਿਹੜਾ ਹੈ ਚੜਿਆ ਪਿਆ। ਕੋਈ ਵੀ ਬੋਲੀ ਬੋਲੀਏ ਤਾਂ ਸਾਡਾ ਪਰਿਵਾਰ, ਭਾਈਚਾਰਾ ਅਤੇ ਸੱਭਿਆਚਾਰ ਇਸੇ 'ਚ ਉਸਰਦਾ। ਲੂ ਜਿਹੜਾ ਹੈ ਸਾਡਾ ਇਸ ਦੇ ਵਿੱਚ ਸਾਡੇ ਸਮਾਈ ਹੋਈ ਹੈ, ਸਦਰਾਂ ਦੇ ਵਿੱਚ ਸਮਾਈ ਹੋਈ ਹੈ। ਤਾਂ ਪੰਜਾਬੀ ਭਾਸ਼ਾ ਕਿਹੜੇ ਕਿਹੜੇ ਖੇਤਰ 'ਚ ਬੋਲੀ ਜਾਂਦੀ ਹੈ? ਪੰਜਾਬੀ ਭਾਸ਼ਾ ਜਿਹੜੀ ਹੈ ਬੋਲਣ ਵਾਲੇ ਲੋਕ 11 ਕਰੋੜ ਨੇ ਪੂਰੀ ਦੁਨੀਆ 'ਤੇ। ਪੰਜਾਬੀ ਭਾਰਤ 'ਚ, ਪਾਕਿਸਤਾਨ ਦੇ ਵਿੱਚ, ਕੈਨੇਡਾ ਵਿੱਚ, ਅਮਰੀਕਾ ਵਿੱਚ, ਇੰਗਲੈਂਡ ਵਿੱਚ, ਜਰਮਨੀ, ਸਿੰਗਾਪੁਰ, ਮਲਾਇਆ, ਸਵੀਡਨ, ਥਾਈਲੈਂਡ, ਅਫਗਾਨਿਸਤਾਨ, ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਰਤੀ ਜਾਂਦੀ ਹੈ। ਅਤੇ 11 ਕਰੋੜ ਤੋਂ ਜ਼ਿਆਦਾ ਹੀ ਲੋਕ ਇਸ ਨੂੰ ਬੋਲਦੇ ਨੇ। ਅਤੇ ਇਹ ਜਿਹੜੀ ਹੈਗੀ ਹੈ ਦੂਰ ਦੂਰ ਤੱਕ ਬੋਲੀ ਜਾਂਦੀ ਹੈ। ਪਹਿਲਾਂ ਜਿਹੜੀ ਹੈਗੀ ਹੈ ਭਾਸ਼ਾ ਸ਼ਿਮਲਾ ਅਤੇ ਬੀਕਾਨੇਰ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਸੀ, ਪਰ ਕਿਉਂਕਿ ਹੁਣ ਪੰਜਾਬ ਬਹੁਤ ਛੋਟਾ ਰਹਿ ਗਿਆ, ਜੰਮੂ ਦੇ ਵਿੱਚ ਵੀ ਦੇਖੋ ਪੰਜਾਬੀ ਬੋਲੀ ਜਾਂਦੀ ਹੈ, ਕਿਉਂਕਿ ਇਹ ਜਿਹੜਾ ਅੱਧੇ ਤੋਂ ਜ਼ਿਆਦਾ ਪੰਜਾਬ ਜਿਹੜਾ ਹੈਗਾ ਉੱਧਰ ਚਲਾ ਗਿਆ। ਤਾਂ ਪੈਪਸੂ ਨੂੰ ਪੰਜਾਬ ਦੇ ਨਾਲ ਜੋੜਿਆ ਗਿਆ 1956 ਦੇ ਵਿੱਚ। 1966 ਈਸਵੀ ਦੇ 3 ਟੋਟੇ ਹੋ ਗਏ, ਇੱਕ ਹਿਮਾਚਲ ਬਣ ਗਿਆ, ਦੂਜਾ ਹਰਿਆਣਾ, ਤੀਜਾ ਪੰਜਾਬ। ਨਹੀਂ ਤਾਂ ਇਸ ਟਾਈਮ ਜਿਹੜਾ ਹੈ ਆਪਣਾ ਭਾਰਤ ਬਹੁਤ ਵੱਡਾ ਹੋਣਾ ਸੀ ਅਤੇ ਸਭ ਤੋਂ ਵੱਡਾ ਪੰਜਾਬ ਏਰੀਆ ਹੋਣਾ ਸੀ, ਠੀਕ ਹੈ। ਤਾਂ ਸਾਡੀ ਜਿਹੜੀ ਪੰਜਾਬੀ ਬੋਲੀ ਹੈਗੀ ਹੈ ਸਰਸੇ ਸਾਈਡ ਬੋਲੀ ਜਾਂਦੀ ਹੈ, ਹਿਮਾਚਲ ਸਾਈਡ, ਕਸ਼ਮੀਰ ਸਾਈਡ, ਜੰਮੂ ਸਾਈਡ ਵੀ ਬੋਲੀ ਜਾਂਦੀ ਹੈ। ਟੋਹਾਣਾ ਦੇ ਵਿੱਚ, ਸਦਰ ਥਾਣਾ, ਅੰਬਾਲਾ ਦੇ ਵਿੱਚ, ਕੈਥਲ ਤਹਿਸੀਲ ਗੁਰਲਾ, ਥਾਣੇਸਰ, ਕਾਫੀ ਸਾਰੇ ਏਰੀਆ ਦੇ ਵਿੱਚ ਰਾਜਸਥਾਨ ਸਾਈਡ, ਹਿਮਾਚਲ ਸਾਈਡ ਜਿਹੜਾ ਹੈ, ਚੰਬਾ ਸਾਈਡ ਸਾਡੀ ਪੰਜਾਬੀ ਬੋਲੀ ਬੋਲੀ ਜਾਂਦੀ ਹੈ।
ਉਸ ਤੋਂ ਬਾਅਦ 'ਚ ਪੰਜਾਬੀ ਦੀਆਂ ਧੁਨੀਆਂ ਕਿਹੜੀਆਂ ਨੇ, 41 ਧੁਨੀਆਂ ਮੰਨੀਆਂ ਗਈਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹਦੀਆਂ ਧੁਨੀਆਂ ਨੇ, ਸੋ ਇਹਨੂੰ ਤੁਸੀਂ ਯਾਦ ਕਰ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ 'ਚ ਬਿੰਦੀ, ਡਿੱਪੀ, ਅੱਧਕ ਵਗੈਰਾ ਸਾਰੀਆਂ ਇਹ ਧੁਨੀਆਂ ਨੇ, ਅਤੇ ਇਸ ਤੋਂ ਨਿਖੇੜਾ ਜਿਹੜਾ ਹੈ ਨਹੀਂ ਹੁੰਦਾ। ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ, ਕਿਉਂਕਿ ਇਹ ਇੱਕ ਅਲੱਗ ਭਾਸ਼ਾ ਹੈਗੀ ਹੈ, ਸੁਰਾਤਮਕ ਭਾਸ਼ਾ ਹੈਗੀ ਹੈ, ਅਤੇ ਬਹੁਤ ਸਾਰੀਆਂ ਧੁਨੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ। ਦੁੱਤੀਕਰਨ ਦੀ ਰੁਚੀ ਜਿਹੜੀ ਹੈ ਅੱਧਕ ਦੀ, ਠੀਕ ਹੈ, ਬਿੰਦੀ, ਡਿੱਪੀ, ਅੱਧਕ ਦੀ ਬਹੁਤ ਜ਼ਿਆਦਾ ਹੈਗੀ ਹੈ। ਵਿਯੋਗਾਤਮਕ ਭਾਸ਼ਾ ਹੈਗੀ ਹੈ, ਪਿਛੇਤਰਾਤਮਕ ਭਾਸ਼ਾ ਹੈਗੀ ਹੈ, ਅਗੇਤਰ ਪਿਛੇਤਰ ਸਭ ਕੁਝ ਜਿਹੜਾ ਇਸ 'ਚ ਵਰਤਿਆ ਜਾਂਦਾ। ਤਦਭਵ, ਤਤਸਮ ਸ਼ਬਦ ਵੀ ਇਸ ਵਿੱਚ ਵਰਤੇ ਜਾਂਦੇ ਨੇ। ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਭਾਸ਼ਾ ਦਾ ਕੀ ਯੋਗਦਾਨ ਹੈ, ਜਾਂ ਫਿਰ ਪੰਜਾਬੀ ਭਾਸ਼ਾ ਦਾ ਮਹੱਤਵ ਦੱਸੋ। ਤਾਂ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ, ਇਸ ਦਾ ਸੱਭਿਆਚਾਰ ਸਾਡੇ ਪੰਜਾਬ ਦਾ ਇਸ ਦੇ ਵਿੱਚ ਸਮਾਇਆ ਹੋਇਆ। ਪੰਜਾਬੀ ਸੱਭਿਆਚਾਰ ਇੱਕ ਸਾਂਝਾ ਸੱਭਿਆਚਾਰ ਹੈ, ਅਤੇ ਪੰਜਾਬੀ ਬੋਲੀ ਦੀ ਇੱਕ ਜਿਉਂਦੀ ਜਾਗਦੀ ਜਿਹੜੀ ਹੈਗੀ ਹੈ ਤਸਵੀਰ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਬੋਲੀਆਂ ਅਤੇ ਨਸਲਾਂ ਦੇ ਨਿਸ਼ਾਨ ਮਿਲਦੇ, ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜਾ ਹੈ, ਦੇਖੋ ਇੱਥੇ ਪੰਜਾਬ 'ਚ ਅੰਗਰੇਜ਼ ਆਏ, ਉਹਨਾਂ ਨੇ ਆਪਣੀ ਬੋਲੀ ਜਿਹੜੀ ਹੈਗੀ ਵਿੱਚ ਮਿਕਸ ਕਰਤੀ ਹੈ ਨਾ। ਅਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਮੁਗਲ ਆਏ ਨੇ, ਤਾਂ ਉਹਨਾਂ ਦੇ ਜਿਹੜੇ ਫਾਰਸੀ ਦੇ, ਅਰਬੀ ਦੇ ਸ਼ਬਦ ਕਾਫੀ ਸਾਰੇ ਨੇ ਇੱਥੇ ਦੇਖਣ ਨੂੰ ਮਿਲਦੇ ਨੇ। ਸੋ ਜਿਵੇਂ ਛਿੱਤਰ, ਲਿੱਤਰ, ਖੋਸੜੇ, ਜੁੱਤ, ਪਤਾਣ, ਮੋਜੇ, ਬੂਟ, ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਸਾਰੇ ਇੱਕ ਚੀਜ਼ ਲਈ ਵਰਤੇ ਜਾਂਦੇ, ਮਤਲਬ ਸ਼ੂਜ਼ ਦੇ ਲਈ। ਤਾਂ ਅਲੱਗ-ਅਲੱਗ ਬੋਲੀਆਂ ਜਿਹੜੀਆਂ ਨੇ ਉਹ ਯੂਜ਼ ਕੀਤੀਆਂ ਜਾਂਦੀਆਂ ਨੇ, ਲੇਕਿਨ ਫਿਰ ਵੀ ਜਿਹੜਾ ਹੈ ਕੁਝ ਸ਼ਬਦ ਪੰਜਾਬੀ ਦੇ ਬਾਹਰੋਂ ਲਏ ਗਏ ਨੇ। ਠੀਕ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਸ ਦੇ ਉੱਤੇ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਸੱਭਿਆਚਾਰ ਦਾ ਜ਼ਿਕਰ ਵੀ ਮਿਲਦਾ। ਭਾਸ਼ਾ ਦਾ ਟਕਸਾਲੀ ਰੂਪ ਕਿਹੜਾ ਹੈ, ਅਤੇ ਭਾਸ਼ਾ ਦਾ ਟਕਸਾਲੀ ਰੂਪ ਕੀ ਹੁੰਦਾ ਹੈ? ਤਾਂ ਜਦੋਂ ਕੋਈ ਵੀ ਬੋਲੀ ਨੂੰ ਸਾਹਿਤ ਰਚਨਾ, ਵਿਆਕਰਣ ਨਿਯਮਬੱਧ ਕਰਕੇ ਜਿਹੜਾ ਹੈ ਅਸੀਂ ਯੂਜ਼ ਕਰਦੇ ਹਾਂ, ਤਾਂ ਉਹ ਮਹਾਨ ਬਣ ਜਾਂਦੀ ਹੈ, ਅਤੇ ਉਹੀ ਟਕਸਾਲੀ ਬੋਲੀ ਹੁੰਦੀ ਆ। ਹੁਣ ਦੇਖੋ ਜਿਹੜੇ ਵੀ ਆਪਾਂ ਬੁੱਕ ਪੜ੍ਹ ਰਹੇ ਹਾਂ, ਇਹ ਟਕਸਾਲੀ ਭਾਸ਼ਾ ਦੇ ਵਿੱਚ ਹੈ, ਕਿਉਂਕਿ ਇਹਦੇ ਵਿੱਚ ਬਿੰਦੀ, ਡਿੱਪੀ, ਅੱਧਕ, ਡੰਡੀਆਂ ਵਗੈਰਾ ਸਭ ਕੁਝ ਅਸੀਂ ਯੂਜ਼ ਕਰਦੇ ਹਾਂ। ਤਾਂ ਇਹ ਭਾਸ਼ਾ ਜਿਹੜੀ ਹੈਗੀ ਸਮੁੱਚੇ ਖੇਤਰ ਵਿੱਚ ਵਿੱਦਿਆ, ਸਮਾਚਾਰ ਪੱਤਰਾਂ ਦੇ ਵਿੱਚ, ਬੁੱਕਸ ਦੇ ਵਿੱਚ, ਪੱਤਰ ਵਿਹਾਰ ਦੇ ਵਿੱਚ ਮਾਧਿਅਮ ਬਣਦੀ ਹੈ। ਅਤੇ ਉਪਭਾਸ਼ਾਵਾਂ ਜਿਸ ਦਾ ਆਲੇ ਦੁਆਲੇ ਦੀਆਂ ਉਪਭਾਸ਼ਾਵਾਂ ਉੱਪਰ ਕਾਫੀ ਅਸਰ ਪੈਂਦਾ, ਅਤੇ ਕਈ ਵਾਰੀ ਉਹਨਾਂ ਨੂੰ ਖਤਮ ਹੀ ਕਰ ਦਿੰਦੇ। ਟਕਸਾਲੀ ਭਾਸ਼ਾ ਜਿਹੜੀ ਹੁੰਦੀ ਹੈ ਵਿਆਕਰਣਬੱਧ ਹੁੰਦੀ ਹੈ, ਅਤੇ ਇਸ ਦਾ ਰੂਪ ਸਥਿਰ ਹੁੰਦਾ ਹੈਗਾ। ਉਸ ਤੋਂ ਬਾਅਦ 'ਚ ਜਿਹੜਾ ਹੈਗਾ ਕਿ ਆਪਣੀ ਜਿਹੜੀ ਟਕਸਾਲੀ ਭਾਸ਼ਾ ਹੈਗੀ ਹੈ ਮਾਝੀ ਹੈ। ਮਾਝੀ ਉਪਭਾਸ਼ਾ ਨੂੰ ਟਕਸਾਲੀ ਜਿਹੜਾ ਹੈ ਮੰਨਿਆ ਜਾਂਦਾ ਹੈ, ਜੋ ਕਿ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ 'ਚ ਬੋਲੀ ਜਾਂਦੀ ਹੈ। ਅਤੇ ਭਾਸ਼ਾ ਇਹ ਪੰਜਾਬੀ ਦੇ ਭਾਸ਼ਾ ਖੇਤਰ ਦਾ ਕੇਂਦਰੀ ਇਲਾਕਾ ਹੈ, ਅਤੇ ਇਹ ਜਿਹੜੀ ਹੈਗੀ ਆ ਮਾਝੇ ਦੇ ਇਲਾਕੇ ਵਿੱਚ ਜ਼ਿਆਦਾ ਬੋਲੀ ਜਾਂਦੀ ਹੈ। ਤਾਂ ਇਹ ਬੋਲੀ ਨੂੰ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਵੀ ਮੰਨਿਆ ਜਾਂਦਾ ਹੈ, ਅਤੇ ਹੋਰਾਂ ਉਪਭਾਸ਼ਾਵਾਂ ਨੂੰ ਵੀ ਇਹ ਪ੍ਰਭਾਵਿਤ ਕਰਦੀ ਹੈ, ਅਤੇ ਗਿਆਨ ਦਾ ਇਹ ਇੱਕ ਭੰਡਾਰ ਹੈ, ਅਤੇ ਬਹੁਤ ਸਾਰਾ ਸਾਹਿਤ ਟਕਸਾਲੀ ਬੋਲੀ ਦੇ ਵਿੱਚ, ਟਕਸਾਲੀ ਭਾਸ਼ਾ ਦੇ ਵਿੱਚ ਹੀ ਰਚਿਆ ਜਾਂਦਾ। ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਕਿਹੜੀਆਂ-ਕਿਹੜੀਆਂ ਨੇ? ਸੋ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਡੋਗਰੀ, ਪੁੰਛੀ, ਕਾਂਗੜੀ, ਇਹ ਸਾਰੀਆਂ ਕੀ ਨੇ? ਇਸ ਦੀਆਂ ਉਪਬੋਲੀਆਂ ਨੇ। ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਮਾਝੀ ਜਿਹੜੀ ਹੈ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਪਾਕਿਸਤਾਨ, ਸਿਆਲਕੋਟ ਦੇ ਵਿੱਚ। ਠੀਕ ਹੈ। ਅਤੇ ਇਹ ਜਿਹੜੀ ਹੈਗੀ ਬੜੀ ਵਿਆਪਕਤਾ ਦੇ ਨਾਲ ਵਰਤੀ ਜਾਂਦੀ ਹੈ, ਅਤੇ ਸੁਰ ਦੀ ਵਰਤੋਂ ਦੀ ਤੀਬਰਤਾ ਮਾਝੀ ਵਿੱਚ ਡੋਗਰੀ ਦੇ ਨਾਲੋਂ ਜ਼ਿਆਦਾ ਹੁੰਦੀ ਹੈ, ਅਤੇ ਉੱਚਾ ਸੁਰ ਮਲਵਈ ਅਤੇ ਪੁਆਧੀ ਨਾਲੋਂ ਵੱਧ ਵਰਤਿਆ ਜਾਂਦਾ। ਤਾਂ ਮਾਝੀ ਜਿਹੜੀ ਹੈਗੀ ਆਪਣੀ ਟਕਸਾਲੀ ਬੋਲੀ ਵੀ ਹੈ। ਮਲਵਈ ਜਿਹੜੀ ਬੋਲੀ ਹੈਗੀ ਆ ਮਾਲਵੇ ਦੇ ਇਲਾਕੇ 'ਚ ਬੋਲੀ ਜਾਂਦੀ ਹੈ, ਆਪਣੇ ਪਟਿਆਲੇ 'ਚ ਵੀ ਬੋਲੀ ਜਾਂਦੀ ਹੈ, ਸੰਗਰੂਰ 'ਚ ਵੀ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਲੁਧਿਆਣਾ, ਸੋ ਕਾਫੀ ਸਾਰੇ ਏਰੀਆ ਜਿਹੜਾ ਹੈ ਆਪਣੇ ਪਟਿਆਲੇ ਦਾ, ਇੱਥੇ ਵੀ ਬੋਲੀ ਜਾਂਦੀ ਹੈ। ਸੋ ਇਹ ਜਿਹੜੀ ਹੈਗੀ ਹੈ ਮਲਵਈ, ਨੀਵੇਂ ਸੁਰ ਦੀ ਵਰਤੋਂ ਤਾਂ ਮਾਝੀ ਵਾਂਗ ਹੈ, ਪਰ ਉੱਚੇ ਸੁਰ ਮਾਝੀ ਤੋਂ ਕੁਝ ਘੱਟ ਹੀ ਵਰਤੇ ਜਾਂਦੇ, ਜਿਵੇਂ ਚਾਰ ਆ। ਮਾਝੀ ਵਿੱਚ ਅੰਤਮ ਹਾਹਾ ਦਾ ਉਚਾਰਨ ਨਹੀਂ ਹੁੰਦਾ, ਚਾਹ ਬੋਲਦੇ ਨੇ ਉਹ, ਆਪਾਂ ਕੀ ਕਰਦੇ ਚਾਹ, ਠੀਕ ਹੈ, ਹਾਹਾ ਵੀ ਨਾਲ ਬੋਲਦੇ ਹਾਂ। ਮਲਵਈ ਜਿਹੜੀ ਹੈ ਮਾਝੀ ਨਾਲੋਂ ਜ਼ਿਆਦਾ ਵਿਯੋਗਾਤਮਕ ਹੈ, ਅਤੇ ਕੁਝ ਹਾਲਤਾਂ ਦੇ ਵਿੱਚ ਜਿਹੜੇ ਆ ਅਨੁਨਾਸਿਕਾ ਵੀ ਅਸੀਂ ਯੂਜ਼ ਕਰਦੇ ਹਾਂ, ਜਿਵੇਂ ਚਾਹੀਦਾ, ਪੁੰਛ, ਹੈ ਨਾ, ਤਾਂ ਇੱਦਾਂ। ਉਸ ਤੋਂ ਬਾਅਦ 'ਚ ਦੁਆਬ ਦੇ ਇਲਾਕੇ 'ਚ ਬੋਲੀ ਜਾਂਦੀ ਹੈ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਦੇ ਵਿੱਚ, ਅਤੇ ਜਲੰਧਰ, ਹੁਸ਼ਿਆਰਪੁਰ ਦੇ ਆਲੇ ਦੁਆਲੇ ਦੀ ਬੋਲੀ ਨੂੰ ਛੱਡ ਕੇ ਬਾਹਰਲੇ ਘੇਰੇ ਦੀ ਦੁਆਬੀ ਉੱਪਰ ਮਾਝੀ, ਮਲਵਈ, ਪੁਆਧੀ ਅਤੇ ਕਾਂਗੜੇ ਦਾ ਵੀ ਜਿਹੜਾ ਹੈ, ਕਾਂਗੜੀ ਭਾਸ਼ਾ ਦਾ ਵੀ ਜਿਹੜਾ ਹੈਗਾ ਇਸ 'ਤੇ ਉਹ ਮਿਲਦਾ। ਸਾਤੇ, ਚੋ, ਜੋਈ, ਲੁਹਾਡਾ, ਗੇਜੜਾ, ਖਰਕਾ, ਸੋ ਐਵੇਂ ਦੇ ਜਿਹੜੇ ਹੈਗੇ ਨੇ, ਬੋਲਦ ਗੋਰਾ, ਕਿੱਥੇ ਜਾਂਦਾ, ਤਾਂ ਆਹ ਕਰਕੇ ਜਿਹੜੇ ਹੈਗੇ ਨੇ ਦੁਆਬੀ ਬੋਲਦੇ ਨੇ।
ਪੌਦੀ ਜਿਹੜੀ ਹੈਗੀ ਹੈ ਜ਼ਿਲ੍ਹਾ ਰੋਪੜ, ਜ਼ਿਲ੍ਹਾ ਪਟਿਆਲਾ ਦਾ ਪੂਰਬੀ ਭਾਗ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਲੁਧਿਆਣਾ ਦਾ ਸਤਲੁਜ ਨਾਲ ਲੱਗਦਾ ਇਲਾਕਾ। ਸੋ ਜੀਂਦ ਦੇ ਕੁਝ ਇਲਾਕਿਆਂ ਦੇ ਵਿੱਚ, ਨਾਰਾਇਣਗੜ੍ਹ ਦੇ ਵਿੱਚ ਪੌਦੀ ਬੋਲੀ ਜਾਂਦੀ ਹੈ। ਤਾਂ ਬਾਂਗਰੂ ਜਿਹੜੀ ਹੈ, ਮਲਵਈ ਅਤੇ ਬਾਂਗਰੂ ਕਾਫੀ ਮਿਕਸ ਹੋ ਕੇ ਜਿਹੜੀਆਂ ਨੇ ਬੋਲੀਆਂ ਜਾਂਦੀਆਂ ਨੇ। ਅਤੇ ਪੁਆਧੀ ਵਿੱਚ ਉਲਟੀ ਜੀਭ ਲਾ ਕੇ ਜਿਹੜੀ ਹੈ ਲਾ ਦੀ ਵਰਤੋਂ ਕੀਤੀ ਜਾਂਦੀ ਹੈ। ਗੁਆਂਢੀ ਹਿੰਦੀ ਦੇ ਵਿੱਚ ਇਹ ਜਿਹੜੀ ਚੀਜ਼ ਮੌਜੂਦ ਨਹੀਂ, ਜਿਵੇਂ ਜਹਾਂ, ਕਿੱਥੇ ਜਹਾਂ, ਕਿੱਦਾਂ ਜਾਊਂਗਾ, ਕਿੱਦਾਂ ਖਾਊਂਗਾ, ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ। ਛੋਕਰਾ, ਮੁੰਡੇ ਨੂੰ ਛੋਕਰਾ ਇਹਦੇ ਵਿੱਚ ਕਿਹਾ ਜਾਂਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਹੈ ਮੁਲਤਾਨੀ। ਮੁਲਤਾਨੀ ਜਿਹੜਾ ਹੈ ਪਾਕਿਸਤਾਨੀ ਪੰਜਾਬੀ ਦਾ ਸਟੈਂਡਰਡ ਰੂਪ ਹੈ। ਮੁਲਤਾਨੀ ਅਤੇ ਹੋਰ ਬੋਲੀਆਂ ਨੂੰ ਮਿਲਾ ਕੇ ਲਹਿੰਦੀ ਦਾ ਵੀ ਨਾਮ ਦਿੱਤਾ ਜਾਂਦਾ। ਲਗਭਗ 50 ਲੱਖ ਲੋਕ ਜਿਹੜੇ ਨੇ ਇਸ ਨੂੰ ਬੋਲਦੇ ਨੇ। ਮੁਲਤਾਨੀ ਦੇ ਉੱਪਰ ਜਿਹੜਾ ਹੈਗਾ ਸਿੰਧੀ ਭਾਸ਼ਾ ਦਾ ਪ੍ਰਭਾਵ ਹੈ ਅਤੇ ਇਹ ਮੁਲਤਾਨ ਦੇ ਵਿੱਚ ਜਿਹੜੀ ਆ ਬੋਲੀ ਜਾਂਦੀ ਹੈ। ਮੁਜ਼ੱਫਰਨਗਰ, ਡੇਰਾ ਗਾਜ਼ੀ ਖਾਂ, ਬਹਾਵਲਪੁਰ, ਮਤਲਬ ਦੋ ਏਰੀਆਸ ਤੁਸੀਂ ਯਾਦ ਕਰ ਲਓ। ਮੁਲਤਾਨੀ ਦਾ ਨੀਵਾਂ ਸੁਰ ਦਾ ਉਚਾਰਨ ਬਿਲਕੁਲ ਨਹੀਂ ਹੁੰਦਾ। ਉੱਚੇ ਸੁਰ ਦੀ ਵਿਆਪਕਤਾ ਇਹਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜਿਵੇਂ ਦਾਦੇ ਨੂੰ ਇਹ ਡਾਡਾ ਕਹਿੰਦੇ ਨੇ, ਠੀਕ ਹੈ। ਦੁੱਖ ਨੂੰ ਡੁੱਖ ਕਹਿੰਦੇ ਨੇ। ਸੋ ਇੱਦਾਂ ਅਸਾਂ ਤੁਸਾਂ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਪੋਠੋਹਾਰੀ। ਪੋਠੋਹਾਰ ਦੇ ਇਲਾਕੇ ਦੇ ਵਿੱਚ ਅਤੇ ਰਾਵਲਪਿੰਡੀ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ। ਮੈਨੂੰ ਨੂੰ ਮਿੱਗੀ ਕਹਿੰਦੇ ਨੇ, ਤੈਨੂੰ ਤੁੱਗੀ ਕਹਿੰਦੇ ਨੇ, ਮੇਰੇ ਨੂੰ ਮਾਰਾ ਕਹਿੰਦੇ ਨੇ, ਸਾਡੇ ਨੂੰ ਸਾੜਾ ਕਹਿੰਦੇ ਨੇ। ਸੋ ਇੱਦਾਂ ਦੇ ਯੂਜ਼ ਜਿਹੜੇ ਹੈ ਵਰਡ ਇਹ ਕਰਦੇ ਨੇ। ਪਹਾੜੀ ਪੰਜਾਬੀ। ਤਾਂ ਪਹਾੜੀ ਪੰਜਾਬੀ ਜਿਹੜੀ ਹੈਗੀ ਹੈ ਇਹ ਕਾਂਗੜਾ ਹਿਮਾਚਲ 'ਚ ਬੋਲੀ ਜਾਂਦੀ ਹੈ। ਪੁੰਛ ਦੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ। ਜੰਮੂ ਵਾਲੀ ਡੋਗਰੀ ਜੰਮੂ ਦੇ ਵਿੱਚ ਬੋਲੀ ਜਾਂਦੀ ਹੈ। ਤਾਂ ਹਿੰਦਕੋ ਜਿਹੜੀ ਭਾਸ਼ਾ ਹੈਗੀ ਹੈ ਇਹ ਪਾਕਿਸਤਾਨੀ ਪੰਜਾਬ 'ਚ ਬੋਲੀ ਜਾਂਦੀ ਹੈ। ਰਾਠੀ ਅਤੇ ਪਟਿਆਣੀ ਜਿਹੜੀ ਹੈ ਪੰਜਾਬੀ ਦੀਆਂ ਵੀ ਇਹ ਵੀ ਉਪਬੋਲੀਆਂ ਨੇ। ਪੁਆਧ ਦੇ ਦੱਖਣ, ਮਲਵਈ ਦੇ ਦੱਖਣੀ ਪਾਸੇ, ਘੱਗਰ ਦੇ ਜਿਹੜੇ ਆਲੇ ਦੁਆਲੇ ਜਿਹੜੀ ਹੈਗੀ ਹੈ ਇਹ ਭਾਸ਼ਾ ਬੋਲੀ ਜਾਂਦੀ ਹੈ। ਤਾਂ ਮੇਨਲੀ ਆਪਾਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ ਹੀ ਕਰਨੀ ਹੈ, ਠੀਕ ਹੈ। ਬਾਕੀ ਤੁਸੀਂ ਅਗਰ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ।